आ गया। अगर तुसीं नहीं भी साइकिल खरीदना चाਹੁੰਦੇ मेरी शॉप ਤੇ आओ, ਤੁਹਾਨੂੰ ਲੱਗੇਗਾ ਵੀ नहीं मैं साइकिल खरीद ਲਾਂ। मैं ਆਪਣੇ ਲਈ ਨਹੀਂ ਤਾਂ ਬੱਚਿਆਂ ਲਈ ਕਿਸੇ ਲਈ ਵੀ ਖਰੀਦਣਾ। ਗੇਅਰ ਵਿੱਚ ਲੈ ਸਕਦੇ ਵਿਦਾਊਟ ਗੇਅਰ, ਜਿੱਦਾਂ ਤੁਸੀਂ ਜ਼ਿਆਦਾ ਚਲਾਉਣਾ ਚਾਹੁੰਦੇ ਆ, ਮਾਊਂਟੇਨ ਜਾਣਾ ਚਾਹੁੰਦੇ 30-35 ਕਿਲੋਮੀਟਰ ਤੱਕ ਗੇਅਰ ਵਾਲਾ ਸਾਈਕਲ ਯੂਜ਼ ਕਰੋ। ਜ਼ਿਆਦਾ ਵਧੀਆ ਸਾਡਾ ਟ੍ਰੇਨਰ ਆ, ਅੱਛੀ ਤਰ੍ਹਾਂ ਟ੍ਰੇਨਿੰਗ ਦਿੰਦਾ ਉਹਨੂੰ, ਪ੍ਰੋਪਰ ਅਸੀਂ ਦੱਸਦੇ ਵੀ ਕਿੱਦਾਂ ਸਾਂਭ ਸੰਭਾਲ ਕਰਨੀ ਆ। ਇੱਕ ਬੰਦਾ ਮੇਰੇ ਕੋਲ ਬਿਲਕੁਲ ਬੋਲ ਨਹੀਂ ਸਕਦਾ, ਮੇਰੇ ਕੋਲ ਉਹ ਤਕਰੀਬਨ ਉਹ 14 ਸਾਲ ਦਾ ਸੀ। ਮੈਂ ਉਹਨੂੰ ਥੋੜਾ ਪੜ੍ਹਨਾ ਲਿਖਣਾ ਵੀ ਸਿਖਾਇਆ ਨਾਲ ਫਿਰ ਉਹ ਮੇਰੇ ਨਾਲ ਕੰਮ ਵੀ ਕਰ ਰਿਹਾ। ਮਤਲਬ ਇਰੀਟੇਸ਼ਨ ਨਹੀਂ ਹੁੰਦੀ? ਤੁਸੀਂ ਕਹਿੰਦੇ ਹੋਗੇ ਕੁਝ ਹੋਰ ਲੈ ਕੇ ਆ ਜਾਂ ਲੈ ਕੇ ਆ, ਕੁਝ ਹੋਰ ਲੈ ਕੇ ਆ ਜਾਂਦਾ ਹੋਵੇ। ਮੇਰੇ ਲਈ ਤਾਂ ਸੁਣਦਾ ਵੀ ਯਾਰ, ਬੋਲਦਾ ਵੀ ਤੁਸੀਂ ਕੋਈ ਵੀ ਚੀਜ਼ ਹੈ, ਕੋਈ ਆਈਟਮ ਆ ਮੰਗਾ ਲਓ। ਤੁਸੀਂ ਦੇਖ ਸਕਦੇ ਹੋ ਹਰ ਇੱਕ ਆਈਟਮ ਨੂੰ, ਹਰ ਇੱਕ ਸਾਈਕਲ ਨੂੰ ਇੰਨਾ ਪ੍ਰੋਪਰਲੀ ਫਿੱਟ ਕਰਦਾ। ਮਤਲਬ ਕਈ ਕਸਟਮਰ ਤਾਂ ਕਹਿੰਦੇ ਆ ਕਿ ਯਾਰ ਉਸ ਤੋਂ ਕੰਮ ਕਰਵਾਉਣਾ। ਅਸੀਂ ਬਹੁਤ ਸਾਰੇ ਕਸਟਮਰ ਦੀ ਜਿਹੜੀ ਡਿਮਾਂਡ ਹੈ ਵੀ ਅਸੀਂ ਲਾਡੀ ਤੋਂ ਹੀ ਕੰਮ ਕਰਾਉਣਾ। ਇਹਦਾ ਮੁੰਡੇ ਦਾ ਨਾਮ ਲਾਡੀ, ਵੀ ਲਾਡੀ ਤੋਂ ਕੰਮ ਕਰਾਉਣਾ। ਪਹਿਲਾਂ ITI ਕੀਤੀ, ਫਿਰ ਗ੍ਰੈਜੂਏਸ਼ਨ ਦੇ ਵਿੱਚ ਸੀਗਾ ਤਾਂ ਮੈਨੂੰ ਜੋਬ ਮਿਲ ਗਈ, ਇਲੈਕਟ੍ਰੋਨਿਕਸ ਜੋਬ ਸੀ ਮੇਰੀ। ਮੈਂ ਕੰਪਨੀ ਕੰਮ ਕੀਤਾ 3 ਸਾਲ। ਫਿਰ ਉਸ ਤੋਂ ਬਾਅਦ ਮੈਂ ਸੰਤੁਸ਼ਟ ਨਹੀਂ ਸੀਗਾ ਫਿਰ ਮੈਂ ਇਟਲੀ ਜਾਣ ਦੇ ਚੱਕਰ 'ਚ ਪੈ ਗਿਆ। ਪਰ ਮੈਂ ਫਿਰ ਥੋੜ੍ਹਾ ਸੋਚਿਆ ਵੀ ਜਾਂ ਤਾਂ ਮੈਂ ਬਾਹਰ ਜਾਵਾਂ ਜਾਂ ਫਿਰ ਮੈਂ ਇੱਧਰ। ਸਫਲ ਹੋਣਾ ਚਾਹੁੰਦਾ ਹੈ, ਪਰ ਸਫਲਤਾ ਦੇ ਲਈ ਨਾ ਤਾਂ ਕੋਈ ਸ਼ਾਰਟਕਟ ਹੁੰਦਾ ਤੇ ਨਾ ਉਸ ਦੀ ਕੋਈ ਕੀਮਤ ਦੇ ਕੇ ਸਫਲਤਾ ਖਰੀਦੀ ਜਾ ਸਕਦੀ ਹੈ। ਸਫਲਤਾ ਮਿਹਨਤ ਦੇ ਸਦਕਾ ਹੀ ਪ੍ਰਾਪਤ ਹੁੰਦੀ ਹੈ। ਅੱਜ ਇੱਕ ਅਜਿਹੀ ਸਫਲਤਾ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਜਿਸ ਵਿੱਚ ਇੱਕ ਪਰਸਨ ਦੇ ਵੱਲੋਂ ਕੰਮ ਸ਼ੁਰੂ ਕੀਤਾ ਜਾਂਦਾ ਸਾਈਕਲਾਂ ਦਾ, ਸਾਈਕਲ ਵੇਚਣ ਦਾ ਜਾਂ ਸਾਈਕਲ ਠੀਕ ਕਰਨ ਦਾ, ਤੇ ਉਹ ਕਿਸ ਤਰ੍ਹਾਂ ਸਫਲ ਹੁੰਦੇ ਆ। ਅੱਜ ਉਹਨਾਂ ਦੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜੱਗੀ ਸਾਈਕਲ ਹਾਊਸ ਦੇ ਨਾਮ ਨਾਲ ਜਿਹੜਾ ਇੱਕ ਸ਼ੋਰੂਮ ਹੈ, ਤੇ ਮੇਰੇ ਖੱਬੇ ਹੱਥ ਉਹਨਾਂ ਦੀ ਵਰਕਸ਼ਾਪ ਆ ਜਿੱਥੋਂ ਕੰਮ ਸ਼ੁਰੂ ਹੁੰਦਾ। ਇਹ ਜਿਹੜੀ ਅੱਜ ਕਹਾਣੀ ਤੁਹਾਨੂੰ ਅਸੀਂ ਦੱਸ ਰਹੇ ਹਾਂ, ਜੋ ਸਫਲਤਾ ਦੀ ਕਹਾਣੀ ਹੈ, ਇਹ ਉਹਨਾਂ ਨੌਜਵਾਨਾਂ ਲਈ ਵੀ ਹੈ ਜਿਹੜੇ ਸੋਚਦੇ ਆ ਕਿ ਇੱਥੋਂ ਬਾਹਰ ਜਾ ਕੇ ਹੀ ਫਾਇਦਾ ਹੈ, ਇੱਥੇ ਰਹਿ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਉਹਨਾਂ ਲਈ ਇਹ ਇੱਕ ਪ੍ਰੇਰਨਾ ਦੀ ਸਟੋਰੀ ਵੀ ਆ, ਤੇ ਉਹਨਾਂ ਲੋਕਾਂ ਲਈ ਵੀ ਇਹ ਆ ਜਿਹੜੇ ਫਿਜ਼ੀਕਲੀ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਆ, ਕਿਸ ਤਰ੍ਹਾਂ ਸਾਈਕਲ ਉਹਨਾਂ ਦੇ ਲਈ ਲਾਹੇਵੰਦ ਆ। ਸੋ ਸਾਡੇ ਨਾਲ ਮੌਜੂਦ ਨੇ ਜੱਗੀ ਸਾਈਕਲ ਹਾਊਸ ਦੇ ਓਨਰ ਜਿਹੜੇ ਹੈਗੇ ਨੇ ਮਹਿੰਦਰ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, ਕਿਸ ਤਰ੍ਹਾਂ ਇਹ ਆਰੰਭ ਹੁੰਦਾ ਕੰਮ, ਕਿਸ ਤਰ੍ਹਾਂ ਤੁਸੀਂ ਦੇਖਦੇ ਸਟਾਰਟ ਕਰਦੇ ਹੋ ਸਾਈਕਲਾਂ ਦੀ ਦੁਕਾਨ? ਇਹ ਦਿਮਾਗ ਦੇ ਵਿੱਚ ਕਿੱਦਾਂ ਆਈਡੀਆ ਆਉਂਦਾ? ਤੁਸੀਂ ਪਹਿਲਾਂ ਤੋਂ ਹੀ ਕਰਨਾ ਚਾਹੁੰਦੇ ਸੀ ਜਾਂ ਕਿੱਥੋਂ ਸ਼ੁਰੂਆਤ ਹੁੰਦੀ ਹੈ? ਸ਼ੁਰੂ ਸਟਾਰਟਿੰਗ 'ਚ ਦੇਖੋ, ਮੈਂ ਪਹਿਲਾਂ ITI ਕੀਤੀ, ਫਿਰ ਗ੍ਰੈਜੂਏਸ਼ਨ ਦੇ ਵਿੱਚ ਸੀਗਾ ਤਾਂ ਮੈਨੂੰ ਜੋਬ ਮਿਲ ਗਈ, ਇਲੈਕਟ੍ਰੋਨਿਕਸ ਜੋਬ ਸੀ ਮੇਰੀ। ਮੈਂ ਕੰਪਨੀ 'ਚ ਕੰਮ ਕੀਤਾ 3 ਸਾਲ। ਫਿਰ ਉਸ ਤੋਂ ਬਾਅਦ ਮੈਂ ਸੰਤੁਸ਼ਟ ਨਹੀਂ ਸੀਗਾ ਫਿਰ ਮੈਂ ਇਟਲੀ ਜਾਣ ਦੇ ਚੱਕਰ 'ਚ ਪੈ ਗਿਆ। ਪਰ ਮੈਂ ਫਿਰ ਥੋੜ੍ਹਾ ਸੋਚਿਆ ਵੀ ਜਾਂ ਤਾਂ ਮੈਂ ਬਾਹਰ ਜਾਵਾਂ ਜਾਂ ਫਿਰ ਮੈਂ ਇੱਧਰ ਕੰਮ ਕਰਾਂ। ਇਟਲੀ ਦਾ ਮੇਰਾ ਕੰਮ ਨਹੀਂ ਬਣਿਆ। ਫਿਰ ਮੈਂ ਥੋੜ੍ਹਾ ਸਟਾਰਟ ਕੀਤਾ, ਜਦੋਂ ਮੈਂ ਸਾਈਕਲਾਂ ਦਾ ਕੰਮ ਸਟਾਰਟ ਕੀਤਾ ਉਦੋਂ ਮੇਰੇ ਫਾਦਰ ਨੇ ਮੇਰੀ ਸਪੋਰਟ ਕੀਤੀ। ਮੈਂ 75,000 ਨਾਲ ਜਿਹੜਾ ਸਾਈਕਲਾਂ ਦਾ ਕੰਮ ਆ ਉਹ ਸਟਾਰਟ ਕੀਤਾ ਸੀ, ਜਿਹਦੇ 'ਚ ਅਸੀਂ ਥੋੜ੍ਹੀ ਰਿਪੇਅਰ ਕੀਤੀ ਆ, ਕੁਛ ਮੈਂ ਆਪ ਸਟਰਗਲ ਕਰੀ, ਮਿਹਨਤ ਕਰੀ ਆ, ਤਾਂ ਥੋੜ੍ਹੇ ਨਵੇਂ ਸਾਈਕਲ ਸੀਗੇ। ਉਹ ਤੋਂ ਬਾਅਦ ਮੈਂ ਚੱਲਦਾ ਸੀ ਕਿ ਛੋਟੀ ਜਿਹੜੀ ਸ਼ੌਪ ਆ ਉਹ ਹੌਲੀ ਹੌਲੀ ਅਸੀਂ ਉਹਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਪਰ ਇੰਨਾ ਜ਼ਿਆਦਾ ਸਕਸੈਸ ਨਹੀਂ ਹੋਇਆ, ਕਿਉਂਕਿ ਮੈਂ ਸ਼ੁਰੂ ਵਿੱਚ ਐਸੀ ਦੁਕਾਨ 'ਚ ਜਿੱਦਾਂ ਲੱਗਦਾ ਸੀ ਮੈਨੂੰ ਨਹੀਂ ਬਈ ਸਾਰਾ ਕੁਛ ਇਹਦੇ 'ਚ ਹੀ ਆ। ਪਰ ਕੁਛ ਸਮਾਂ ਬਾਅਦ ਮੈਂ ਜਦੋਂ ਇੱਥੇ ਦੁਕਾਨ 'ਚ ਆ ਕੇ ਬੈਠਿਆ ਤਾਂ ਮੈਨੂੰ ਲੱਗਿਆ ਵੀ ਨਹੀਂ, ਮੈਨੂੰ ਕੁਛ ਹੋਰ ਕਰਨਾ ਚਾਹੀਦਾ। ਤਾਂ ਮੈਂ ਜਿੱਦਾਂ ਕੰਪਨੀ ਦੀ ਮੀਟਿੰਗਸ ਹੁੰਦੀਆਂ ਸਾਡੀਆਂ, ਉਹਦੇ 'ਚ ਮੈਂ ਦੇਖਿਆ ਵੀ ਬਹੁਤ ਹੀ ਮੇਰੇ ਨਾਲ ਦੇ ਯੂਥ ਬਹੁਤ ਘੱਟ ਸੀਗੇ। ਇੱਕ ਸਭ ਤੋਂ ਵੱਡੀ ਗੱਲ ਇਹਨਾਂ 'ਚ ਸੀ ਸਰਦਾਰ ਵੀ ਬੜੇ ਘੱਟ ਹੁੰਦੇ ਸਾਡੇ ਬਿਜ਼ਨਸ 'ਚ। ਤਾਂ ਉੱਥੇ ਜਦ ਮੈਂ ਦੇਖਿਆ ਉਹਨਾਂ ਨੂੰ, ਲੋਕਾਂ ਨਾਲ ਗੱਲ ਕਰੀ ਤਾਂ ਉਹਨਾਂ ਨਾਲ ਜਿਹੜਾ ਬਿਜ਼ਨਸ ਆ ਉਹਨਾਂ ਨੇ ਕਿਸ ਤਰ੍ਹਾਂ ਉਹ ਕਰਿਆ, ਮੈਂ ਉਹਨਾਂ ਨਾਲ ਗੱਲਬਾਤ ਕਰਕੇ ਦੇਖੀ ਤਾਂ ਮੈਨੂੰ ਕੰਪਨੀ ਤੋਂ ਕਾਫੀ ਜ਼ਿਆਦਾ ਵੈਸੇ ਸਪੋਰਟ ਵੀ ਮਿਲਦੀ ਆ। ਜਦੋਂ ਬੰਦੇ ਨੂੰ ਕਹਿੰਦੇ ਨੇ ਹੁੰਦੇ ਜਦੋਂ ਅੱਗੇ ਵਧਣਾ ਹੋਵੇ ਤਾਂ ਉਹਨਾਂ ਨੂੰ ਰਸਤੇ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਂਦੇ ਆ। ਤਾਂ ਉੱਥੋਂ ਮੈਨੂੰ ਰਸਤਾ ਮਿਲਿਆ ਤਾਂ ਮੈਂ ਫਿਰ। ਸ਼ੁਰੂਆਤ ਹੁੰਦੀ ਕਿਹੜੇ ਸੰਨ ਵਿੱਚ ਆ? ਕਦੋਂ ਤੋਂ ਸ਼ੁਰੂਆਤ ਕੀਤੀ ਸੀ? ਜਦੋਂ ਮੈਂ ਵੈਸੇ ਇੱਥੇ 96 ਤੋਂ ਛੋਟੇ ਕੰਮ ਸੀਗਾ, ਇਹ ਜਾ ਕੇ ਮੇਰਾ ਜਿਹੜਾ ਕੰਮ ਵਧਣਾ ਸ਼ੁਰੂ ਹੋਇਆ 97 98 'ਚ ਮੈਂ ਥੋੜ੍ਹਾ ਆਪਣੇ ਆਪ ਨੂੰ ਇੱਥੇ ਲੋਕਾਂ ਦੇ ਵਿੱਚ ਸਥਾਪਿਤ ਕਰਿਆ। ਪਰ ਫਿਰ ਵੀ ਜਿੱਦਾਂ ਉਹ ਗੱਲ ਨਹੀਂ ਬਣੀ। ਪਰ ਜਦੋਂ ਜਿਹੜਾ ਮੇਨ ਸਟਾਰਟਿੰਗ ਆ ਮੇਰੀ 2018 ਦੇ ਵਿੱਚ ਜਾ ਕੇ ਮਤਲਬ ਜਿਹੜਾ ਸ਼ੋਰੂਮ ਹੈ ਮੈਂ ਇਹ ਬਣਾਇਆ ਬੜੀ ਸਖਤ ਮਿਹਨਤ ਨਾਲ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਬੜੀ ਗੱਲ ਇਹ ਹੈ ਵੀ ਸਾਡੀ ਜੇ ਮਿਹਨਤ ਦੇ ਨਾਲ ਸਾਡੀ ਇਮਾਨਦਾਰੀ ਹੈ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ। ਇਮਾਨਦਾਰੀ ਨਾਲ ਕੰਮ ਕਰਨਾ ਚ ਮੇਰੇ ਲਈ ਵੀ ਹੈ, ਚਾਹੇ ਕੋਈ ਵੀ ਨੌਜਵਾਨ, ਜਦੋਂ ਕੋਈ ਇਮਾਨਦਾਰ ਬੰਦਾ ਇਮਾਨਦਾਰੀ 'ਚ ਕੰਮ ਕਰੇਗਾ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਸਾਈਕਲ ਲਾਈਨ ਆ ਜਾਂ ਕੋਈ ਵੀ ਲਾਈਨ 'ਚ ਆਓ ਤੁਸੀਂ, ਪਰ ਇਮਾਨਦਾਰੀ ਹੋਣੀ ਚਾਹੀਦੀ। ਕਸਟਮਰ ਪ੍ਰਤੀ ਤੁਹਾਡੀ ਇਮਾਨਦਾਰੀ, ਕੰਪਨੀ ਪ੍ਰਤੀ ਤੁਹਾਡੀ ਇਮਾਨਦਾਰੀ, ਤੁਹਾਡਾ ਜਿਹੜਾ ਮਤਲਬ ਹਰ ਕੰਮ ਪ੍ਰਤੀ ਇਹ ਹੋਣਾ ਚਾਹੀਦਾ ਵੀ ਜਾਂ ਜਨੂਨ ਆ। ਜੇ ਮੰਨ ਲਓ ਬੱਚਿਆਂ ਨੂੰ ਅੱਜ ਬਾਹਰ ਜਾਣ ਦਾ ਜਨੂਨ ਆ ਤਾਂ ਇਹ ਥੋੜ੍ਹੀ ਹੈ ਵੀ ਤੁਸੀਂ ਦੇਖੋ ਬਾਹਰ ਜਾਣ ਦਾ ਬੱਚਿਆਂ ਨੂੰ ਇੰਨਾ ਜਨੂਨ ਆ ਵੀ ਕੁਝ ਵੀ ਕਰ ਸਕਦੇ, ਪਰ ਉਰੇ ਇੰਡੀਆ 'ਚ ਰਹਿ ਕੇ ਵੀ ਜੇ ਇਹੀ ਜਨੂਨ ਪਾ ਲਓ ਤੁਸੀਂ ਕੋਈ ਵੀ ਕੰਮ ਕਰ ਲਓ ਤਾਂ ਬਾਹਰ ਨਾਲੋਂ ਜ਼ਿਆਦਾ ਵਧੀਆ ਔਰ ਬੈਟਰ ਕਰ ਸਕਦੇ ਆ।
ਵਧੀਆ। ਮੈਂ ਦੇਖੋ ਮੈਂ ਆਪਣੀ ਕੋਸ਼ਿਸ਼ ਜਿਹੜੀ ਕਰੀ ਆ ਉਹਦੇ ਵਿੱਚ ਮੈਂ ਮਤਲਬ ਆਪਣਾ ਸਾਰਾ ਬਣਾਇਆ ਇਹ ਸ਼ੋਰੂਮ ਬਣਾਇਆ ਹੈ, ਉਹਦੇ ਵਿੱਚ ਮੈਂ ਸਟਰਗਲ ਕਰਿਆ, ਪਰ ਮੈਂ ਹੁਣ ਇੰਨਾ ਖੁਸ਼ ਹੈ ਵੀ ਮੈਨੂੰ ਲੱਗਦਾ ਨਹੀਂ ਵੀ ਬਾਹਰ ਜਾਣ ਦੀ ਮੈਨੂੰ ਜ਼ਰੂਰ, ਮੈਂ ਬਾਹਰ ਜਾਊਂਗਾ ਜ਼ਰੂਰ, ਪਰ ਐਸ਼ ਲਈ ਘੁੰਮਣ ਫਿਰਨ ਲਈ ਜਾਊਂਗਾ, ਪਰ ਕੰਮ ਕਰਨ ਲਈ ਨਹੀਂ। ਇਹ ਕਿੱਥੇ ਤੱਕ ਪਹੁੰਚ ਜਾਂਦਾ, ਕਿਹੜੀ ਹਾਈਟ ਤੱਕ ਪਹੁੰਚਦਾ ਕੰਮ? ਤੁਸੀਂ ਸ਼ੁਰੂਆਤ ਤਾਂ ਕੀਤੀ ਸੀ ਛੋਟੇ ਲੈਵਲ ਤੋਂ, ਪਰ ਆਖਰ ਇਹ ਪਹੁੰਚਦਾ ਕਿੱਥੇ ਤੱਕ ਆ ਕੰਮ? ਤੁਸੀਂ ਉਹ ਮੰਜ਼ਿਲ ਨੂੰ ਪਾ ਲੈਂਦੇ ਹੋ, ਛੂਹ ਲੈਂਦੇ ਹੋ ਅਸਮਾਨ ਨੂੰ ਫਿਰ? ਹਾਂ, ਮੈਂ ਦੇਖੋ ਉੱਥੇ ਅਸੀਂ ਜਦ ਸਾਡੇ ਨਾ ਇਵੈਂਟ ਹੁੰਦੇ ਆ, ਉਹਦੇ 'ਚ ਨਾ ਕੰਪਨੀ ਸਾਨੂੰ ਦਿੰਦੀ ਹੈ, ਅਵਾਰਡ ਹੁੰਦੇ ਆ ਉਹਦੇ 'ਚ। ਮੈਨੂੰ ਪਿਛਲੇ ਵਾਰ ਦਾ ਅਵਾਰਡ ਮਿਲਿਆ ਸੀ, ਅਚੀਵਮੈਂਟ ਅਵਾਰਡ ਸੀਗਾ, ਇਹਨਾਂ ਨੇ ਮੈਨੂੰ ਹੀਰੋ ਕੰਪਨੀ ਵੱਲੋਂ ਦਿੱਤਾ ਗਿਆ ਇਸ ਜ਼ੋਨ ਦਾ। ਜਾਣੀ ਜ਼ੋਨ 'ਚ ਸਾਡੇ 4 ਸਟੇਟਸ ਆਉਂਦੀਆਂ, ਜਿਹਦੇ ਵਿੱਚ ਸਪ੍ਰਿੰਟ ਪ੍ਰੋ ਸੀਰੀਜ਼ ਹੁੰਦੀ ਹੈ, ਹਾਈ ਲੈਵਲ ਦੇ ਸਾਈਕਲ ਹੁੰਦੇ ਨੇ, ਬਹੁਤ ਵਧੀਆ ਕੁਆਲਿਟੀ ਹੁੰਦੀ ਹੈ। ਉਹ ਮੈਂ ਸਭ ਤੋਂ ਟੌਪ ਪਹਿਲਾ ਰੈਂਕ ਸੀਗਾ ਜਿਹੜਾ ਮੈਨੂੰ ਕੰਪਨੀ ਨੇ ਦੇ ਕੇ ਨਵਾਜਿਆ ਸੀਗਾ, ਮੈਂ ਬਹੁਤ ਖੁਸ਼ ਸੀਗਾ। ਮਤਲਬ ਇੱਕ ਇੱਦਾਂ ਦੇ ਮੁੱਲਾਂਪੁਰ 'ਚ ਪਿੰਡ 'ਚ ਦਾ ਚੰਡੀਗੜ੍ਹ 'ਚ ਦੇਖੋ ਕਿੱਡੇ ਤਕੜੇ ਸ਼ੋਰੂਮ ਹੈਗੇ ਆ, ਉੱਥੇ ਵਧੀਆ ਬਿਜ਼ਨਸਮੈਨ ਮੇਰੇ ਨਾਲ ਵਧੀਆ ਹੋ ਸਕਦੇ ਹੋ, ਪਰ ਮੈਂ ਉਹਨਾਂ ਨੂੰ ਪਛਾੜ ਕੇ ਪਹਿਲਾ ਨੰਬਰ ਲਿਆ ਸੀਗਾ। ਕੰਪਨੀ ਵੱਲੋਂ ਮੈਨੂੰ ਅਚੀਵਮੈਂਟ ਅਵਾਰਡ ਮਿਲਿਆ ਸੀ, ਮੈਨੂੰ ਬੜੀ ਖੁਸ਼ੀ ਹੋਈ ਸੀ। ਉਹ ਤੋਂ ਬਾਅਦ ਮੇਰਾ ਹੋਰ ਵੀ ਹੌਸਲਾ ਜਿਹੜਾ ਵੱਧ ਗਿਆ, ਪਰ ਮੈਂ ਹੋਰ ਲੋਕਾਂ ਨੂੰ ਵੀ ਕਹਿੰਦਾ ਵੀ ਜਿਹੜੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਵੀ ਜਿਹੜਾ ਕੰਮ ਕਰਨਾ ਤਾਂ ਪੂਰੇ ਉਹਦੇ ਨਾਲ ਕਰਨਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਚਲੋ ਜੀ ਕੰਮ ਕਰ ਲਿਆ ਤਾਂ ਅਸੀਂ ਕਰ ਲਿਆ, ਰੋਟੀ ਟੁੱਕ ਨਹੀਂ। ਜਦੋਂ ਕਰਨਾ ਤਾਂ ਜਨੂਨ ਹੋਣਾ ਚਾਹੀਦਾ, ਕੰਮ 'ਚ ਇਮਾਨਦਾਰੀ ਹੋਣੀ ਚਾਹੀਦੀ ਹੈ। ਕਿੱਦਾਂ ਦੀਆਂ ਜਿਹੜੀਆਂ ਸਟ੍ਰੈਟੇਜੀਜ਼ ਫਿਰ ਤੁਸੀਂ ਬਣਾਉਂਦੇ ਰਹੇ ਹੋ, ਤੇ ਮਤਲਬ ਆਪਣੇ ਬਿਜ਼ਨਸ ਨੂੰ ਚੱਕਣ ਲਈ ਕੰਮ ਤਾਂ ਬਹੁਤ ਲੋਕ ਕਰਦੇ ਆ, ਪਰ ਕੁਝ ਖਾਸ ਗੱਲਾਂ ਹੁੰਦੀਆਂ ਜਿਹੜੀਆਂ ਲੋਕਾਂ ਨੂੰ ਉੱਤੇ ਲੈ ਜਾਂਦੀਆਂ ਕਿਸੇ ਖਾਸ ਬੰਦੇ ਦੀਆਂ। ਉਹ ਕਿਹੜੀ ਸਟ੍ਰੈਟੇਜੀ ਸੀ ਜਿਹਦੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਫਿਰ? ਨਹੀਂ, ਸਭ ਤੋਂ ਵੱਡੀ ਤਾਂ ਜੀ ਦੇਖੋ ਇਮਾਨਦਾਰੀ, ਕੰਮ ਪ੍ਰਤੀ ਇਮਾਨਦਾਰੀ ਹੋਣੀ ਚਾਹੀਦੀ। ਤੁਹਾਡੇ ਕੰਮ ਪ੍ਰਤੀ ਇਮਾਨਦਾਰੀ, ਲੋਕਾਂ ਨਾਲ ਤੁਹਾਡਾ ਬਿਹੇਵ ਕਿੱਦਾਂ ਦਾ ਹੋਣਾ ਚਾਹੀਦਾ, ਤਾਂ ਉਹੀ ਸਭ ਤੋਂ ਮੇਰੇ ਖਿਆਲ 'ਚ ਤਾਂ ਸਕਸੈਸ ਸਭ ਤੋਂ ਵੱਡੀ ਤਾਂ ਇਹੀ ਆ ਵੀ ਤੁਹਾਡੀ ਇਮਾਨਦਾਰੀ ਤੁਹਾਨੂੰ ਉੱਪਰ ਲੈ ਜਾ ਸਕਦੀ ਆ ਕੰਮ ਪ੍ਰਤੀ। ਕਿਸ ਤਰ੍ਹਾਂ ਦੇ ਫਿਰ ਜਿਹੜੇ ਇੱਥੇ ਸਾਈਕਲ ਤੁਹਾਡੇ ਕੋਲ ਆਉਂਦੇ, ਇੱਕ ਸਮਾਂ ਸੀਗਾ ਆਪਾਂ ਜੇ ਦੇਖੀਏ ਕਿ ਜਿਹੜਾ ਸਾਧਨ ਸੀਗਾ, ਮੁੱਖ ਸਾਧਨ ਸੀ ਲੋਕਾਂ ਦਾ ਜਿਹੜਾ, ਉਹ ਸਾਈਕਲ ਹੀ ਹੁੰਦਾ ਸੀ। ਅਸੀਂ ਦੇਖਦੇ ਸੀ ਅੱਜ ਕੱਲ੍ਹ ਬੜੀ ਬਹੁਤਾਤ ਵਿੱਚ ਗੱਡੀਆਂ ਆ ਗਈਆਂ, ਹੋਰ ਬਹੁਤ ਸਾਧਨ ਆ ਗਏ। ਉਸ ਟਾਈਮ ਜਿਹੜਾ ਇਹ ਬਿਜ਼ਨਸ ਅੱਜ ਜਿੱਦਾਂ ਅਸੀਂ ਕਹੀਏ ਕਿਸੇ ਨੇ ਬਹੁਤ ਵੱਡੀ ਗੱਡੀਆਂ ਦੀ ਏਜੰਸੀ ਖੋਲ੍ਹ ਲਈ, ਤੁਹਾਡਾ ਕੰਮ ਫਿਰ ਉਸ ਤਰ੍ਹਾਂ ਦਾ ਸੀ ਕਿ ਤੁਸੀਂ ਇੱਕ ਸਾਈਕਲਾਂ ਦੀ ਏਜੰਸੀ ਖੋਲ੍ਹੀ, ਤਾਂ ਮੁੱਖ ਲੋੜ ਸੀ ਜਿਹੜੀ ਲੋਕਾਂ ਦੀ, ਮੁੱਖ ਸਾਧਨ ਸੀਗਾ ਉਹ ਸਾਈਕਲ ਹੀ ਸੀ। ਤੇ ਅੱਜ ਤੁਸੀਂ ਇਹ ਜਿਹੜਾ ਕਿਸ ਤਰ੍ਹਾਂ ਬਦਲ ਗਿਆ ਦੌਰ? ਅੱਜ ਦਾ ਜਿਹੜਾ ਦੌਰ ਆ ਜੀ ਦੇਖੋ ਸਿੰਬਲ ਸਟੇਟਸ ਬਣ ਗਿਆ। ਜਿੱਦਾਂ ਮੋਬਾਈਲ ਹੈ, ਆਮ ਬੰਦਾ ਦੇਖਦਾ ਤਾਂ ਮੋਬਾਈਲ ਕਿਹੜਾ ਕੰਪਨੀ ਦਾ ਹੈਗਾ, ਪਰ ਅੱਜ ਕੱਲ੍ਹ ਵੀ ਲੋਕਾਂ 'ਚ ਇਹ ਹੈਗਾ ਵੀ ਜਿਹੜਾ ਸਿੰਬਲ ਸਟੇਟਸ ਬਣ ਚੁੱਕਿਆ ਸਾਈਕਲ ਵੀ ਮੇਰੇ ਕੋਲ ਕਿਹੜੀ ਰੇਂਜ ਦਾ ਸਾਈਕਲ ਆ। ਮਾਊਂਟੇਨ ਬਾਈਕ ਸਾਈਕਲ ਆ ਗਏ, ਬੜੇ ਸੋਹਣੇ ਸੋਹਣੇ ਸਾਈਕਲ ਆ ਗਏ ਜੀ। ਪਹਿਲਾਂ ਵਾਲਾ ਕੰਮ ਨਹੀਂ ਰਿਹਾ, ਬੈਟਰੀ ਵਾਲੇ ਸਾਈਕਲ ਆ ਗਏ। ਮੰਨ ਲਓ ਹਰ ਏਜ ਲਈ 2 ਸਾਲ ਦੇ ਬੱਚੇ ਤੋਂ ਲੈ ਕੇ ਤੁਸੀਂ ਬਜ਼ੁਰਗ ਤੱਕ ਦਾ ਸਾਈਕਲ ਆ ਗਿਆ। ਪਹਿਲਾਂ ਇਦਾਂ ਦਾ ਨਹੀਂ ਹੁੰਦਾ ਸੀ, ਪਹਿਲਾਂ ਰੋਡ ਮਾਸਟਰ ਹੁੰਦਾ ਸੀ, ਇੱਕੋ ਸਾਈਕਲ ਹੁੰਦਾ ਸੀ, ਉਹਦੇ 'ਚ ਹੀ ਚੱਕਾ ਭਾਰੀ ਪਾਤਾ ਇਹ, ਪਰ ਨਹੀਂ ਹੁਣ ਇਦਾਂ ਦਾ ਨਹੀਂ। ਹੁਣ ਜਿਹੜਾ ਟ੍ਰੈਂਡ ਬੜਾ ਸੋਹਣਾ ਆ ਗਿਆ, ਬੜੇ ਸੋਹਣੇ ਸੋਹਣੇ ਸਾਈਕਲ ਤੁਸੀਂ ਆਪ ਜਾ ਕੇ ਦੇਖੋਗੇ, ਇੰਨੇ ਅੱਛੇ ਸਾਈਕਲ ਆ। ਲੇਡੀਜ਼ ਲਈ ਅਲੱਗ ਹੈ, ਬੱਚਿਆਂ ਲਈ ਅਲੱਗ ਆ, ਜੈਂਟਸ ਲਈ ਅਲੱਗ ਆ, ਮਾਊਂਟੇਨ ਬਾਈਕ ਦੇ ਅਲੱਗ ਸਾਈਕਲ। ਦੇਖੋ ਜੀ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ। ਮੰਨ ਲਓ ਤੁਸੀਂ ਅਗਰ ਤੁਸੀਂ ਨਹੀਂ ਵੀ ਸਾਈਕਲ ਖਰੀਦਣਾ ਚਾਹੁੰਦੇ, ਮੇਰੀ ਸ਼ਾਪ ਤੇ ਆਓ, ਤੁਹਾਨੂੰ ਲੱਗੇਗਾ ਵੀ ਨਹੀਂ ਮੈਂ ਸਾਈਕਲ ਖਰੀਦ ਲਾਂ, ਮੈਂ ਆਪਣੇ ਲਈ ਨਹੀਂ ਤਾਂ ਬੱਚਿਆਂ ਲਈ, ਕਿਸੇ ਲਈ ਵੀ ਖਰੀਦਾਂ। ਮੈਨੂੰ ਲੱਗਦਾ ਹੈ ਇੱਕ ਸਮਾਂ ਸੀਗਾ ਕਿ ਘੜੀ ਲੋਕ ਬੰਨ੍ਹਦੇ ਸੀ ਨਾ ਗੁੱਟ ਤੇ, ਤਾਂ ਉਹ ਸਮਾਂ ਦੇਖਣ ਲਈ ਬੰਨ੍ਹਦੇ ਸੀ, ਜ਼ਰੂਰਤ ਹੁੰਦੀ ਸੀ। ਇੱਕ ਸਮਾਂ ਆਇਆ ਫਿਰ ਫੋਨ ਆ ਗਏ, ਲੋਕਾਂ ਨੇ ਟਾਈਮ ਫੋਨ ਦੇ ਵਿੱਚ ਦੇਖਣਾ ਸ਼ੁਰੂ ਕਰਤਾ, ਘੜੀ ਦੀ ਜਿਹੜੀ ਅਹਿਮੀਅਤ ਘਟ ਗਈ। ਫਿਰ ਇੱਕ ਉਭਾਰ ਆਇਆ ਕਿ ਲੋਕਾਂ ਨੇ ਉਹਨੂੰ ਸਟੇਟਸ ਸਿੰਬਲ ਦੇ ਤੌਰ ਤੇ ਪਹਿਨਣਾ ਸ਼ੁਰੂ ਕਰਤਾ। ਕੋਈ ਐਦਾਂ ਦੀ ਗਿਰਾਵਟ ਵੀ ਆਈ ਹੈ ਕਿਸੇ ਸਮੇਂ ਦੌਰਾਨ ਕਿ ਲੋਕਾਂ ਨੇ ਜਦੋਂ ਸਾਈਕਲ ਨੂੰ ਛੱਡਤਾ ਸੀ ਫਿਰ ਇਹ ਸਟੇਟਸ ਸਿੰਬਲ ਬਣਿਆ, ਫਿਰ ਲੋਕਾਂ ਨੇ ਦੁਬਾਰਾ ਖਰੀਦਣਾ ਸ਼ੁਰੂ ਕੀਤਾ? ਨਹੀਂ, ਹਾਂ, ਵਿੱਚ ਇਹ ਇੱਕ ਗੈਪ ਆਇਆ ਸੀਗਾ ਜਦੋਂ ਸਟਾਰਟਿੰਗ ਵਿੱਚ, ਜਦੋਂ ਇਹ ਮਾਊਂਟੇਨ ਬਾਈਕ ਨਹੀਂ ਆਏ ਸੀ। ਜਦੋਂ ਪਰ ਲੋਕਡਾਊਨ ਤੋਂ ਬਾਅਦ ਕੁਝ ਲੋਕਾਂ 'ਚ ਇੰਨਾ ਜ਼ਿਆਦਾ ਰੁਝਾਨ ਵਧਿਆ ਹੈ ਹੁਣ ਤਾਂ ਸਾਈਕਲ ਦਾ। ਮੰਨ ਲਓ ਸਾਈਕਲ ਕੰਪਨੀ ਕੋਲ ਜਿੱਦਾਂ ਆਰਡਰ ਦੀ ਸ਼ਾਰਟੇਜ ਆ, ਜਦੋਂ ਅਸੀਂ 400 ਸਾਈਕਲ ਲਿਖਾਈ ਦਾ ਕੰਪਨੀ ਨੂੰ ਤਾਂ 200 ਜਾਂ 300 ਸਾਈਕਲ ਬੜੀ ਮੁਸ਼ਕਲ ਤੇ ਸਾਡੇ ਕੋਲ ਆਉਂਦਾ, ਪਰ ਆਉਂਦੀ ਸਾਰ ਲੋਕੀ ਜਿਹੜਾ ਸਾਈਕਲ ਆ ਉਹ ਬੜਾ ਜਲਦੀ ਵਿਕ ਜਾਂਦਾ। ਇੰਨਾ ਜ਼ਿਆਦਾ ਫੇਮਸ ਹੋ ਗਿਆ ਸਾਈਕਲ ਤਾਂ। ਔਰ ਉਹਦੇ 'ਚ ਸਾਈਕਲ ਲਾਈਨ 'ਚ ਜਿੱਦਾਂ ਕੋਈ ਵੀ ਤੁਸੀਂ ਲਓ, ਜਿੱਦਾਂ ਮਾਊਂਟੇਨ ਬਾਈਕ ਆ ਜਾਂ ਕਿਡਜ਼ ਹੈ, ਕਿਡ ਔਰ ਮਾਊਂਟੇਨ ਬਾਈਕ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈਗੀ ਆ, ਔਰ ਲੋਕ ਉਹਨੂੰ ਪਸੰਦ ਵੀ ਕਰਦੇ ਆ, ਅੱਛਾ ਲੱਗਦਾ ਉਹਨਾਂ ਨੂੰ ਲੈਣਾ। ਸੋ ਦੇਖਦੇ ਆ ਜੋ ਮੇਰੇ ਪਿੱਛੇ ਜਿਹੜਾ ਸ਼ੋਰੂਮ ਵੱਲ ਮੈਂ ਕਹਾਂਗਾ ਕਿ ਇੱਕ ਵਾਰੀ ਦਿਖਾਇਆ ਜਾਵੇ ਕਿ ਜਿਹੜਾ ਮਾਡਰਨ ਜਿਹੜੇ ਹੈਗੇ ਆ ਸਾਈਕਲ ਕਿਸ ਤਰ੍ਹਾਂ ਦੇ ਆ। ਦੇਖਦੇ ਆ, ਗੱਲਬਾਤ ਕਰਦੇ ਆ ਕਿ ਕਿਹੜੇ ਸਾਈਕਲ ਹੈਗੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਕਿਡਸ ਸਾਈਕਲ ਹੈ ਤੇ ਮਾਊਂਟੇਨ ਸਾਈਕਲ। ਦੇਖੋ ਜੀ ਇਹ ਮਾਊਂਟੇਨ ਬਾਈਕ ਸਾਈਕਲ ਆ ਜਾਂਦੇ ਆ ਸਾਡੇ ਕੋਲ। ਹਾਂਜੀ, ਇਹ ਸਾਰੇ ਸਾਈਕਲ ਮਾਊਂਟੇਨ ਬਾਈਕ 'ਚ ਆ ਜਾਂਦੇ ਆ ਹੀਰੋ ਦੇ। ਇਹ ਗੇਅਰ ਸਿਸਟਮ ਵੀ ਹੁੰਦਾ ਇਹਦੇ, ਜਿੱਦਾਂ ਤੁਸੀਂ 30-35 ਕਿਲੋਮੀਟਰ ਤੱਕ, 40 ਕਿਲੋਮੀਟਰ ਤੱਕ ਚਲਾਉਣਾ ਚਾਹੁੰਦੇ, ਹਰ ਇੱਕ ਏਜ ਦੇ ਬੱਚਿਆਂ ਲਈ ਹੁੰਦਾ। ਜਿੱਦਾਂ ਤੁਹਾਡੀ ਹਾਈਟ ਕਿੰਨੀ ਹੈ, ਪ੍ਰੋਪਰ ਹਾਈਟ ਦੇ ਹਿਸਾਬ ਨਾਲ ਹੀ ਸਾਨੂੰ ਸਾਈਕਲ ਲੈਣਾ ਚਾਹੀਦਾ। ਜਿੱਦਾਂ ਤੁਹਾਡੀ ਹਾਈਟ 5 ਫੁੱਟ ਆ ਤਾਂ ਤੁਹਾਨੂੰ 26 ਦਾ ਸਾਈਕਲ ਲੈਣਾ ਚਾਹੀਦਾ। 26 ਟਾਇਰ ਸਾਈਜ਼ ਹੁੰਦਾ। ਜਿੱਦਾਂ ਤੁਹਾਡੀ 5 ਫੁੱਟ 5 ਇੰਚ ਆ ਤਾਂ 27.5, ਜਾਂ ਜਿੱਦਾਂ 6 ਫੁੱਟ ਤੋਂ ਉੱਪਰ ਆ ਤਾਂ 29-30 ਸਾਈਕਲ ਤੁਸੀਂ ਲੈ ਸਕਦੇ ਆ। ਗੇਅਰ ਵਿੱਚ ਲੈ ਸਕਦੇ, ਵਿਦਾਊਟ ਗੇਅਰ। ਜਿੱਦਾਂ ਤੁਸੀਂ ਜ਼ਿਆਦਾ ਚਲਾਉਣਾ ਚਾਹੁੰਦੇ ਆ, ਮਾਊਂਟੇਨ ਜਾਣਾ ਚਾਹੁੰਦੇ, 30-35 ਕਿਲੋਮੀਟਰ ਤੱਕ ਗੇਅਰ ਵਾਲਾ ਸਾਈਕਲ ਯੂਜ਼ ਕਰੋ, ਜ਼ਿਆਦਾ ਵਧੀਆ। ਸਾਡਾ ਟ੍ਰੇਨਰ ਆ, ਅੱਛੀ ਤਰ੍ਹਾਂ ਟ੍ਰੇਨਿੰਗ ਦਿੰਦਾ ਉਹਨੂੰ, ਪ੍ਰੋਪਰ ਅਸੀਂ ਦੱਸਦੇ ਵੀ ਕਿੱਦਾਂ ਸਾਂਭ ਸੰਭਾਲ ਕਰਨੀ ਆ।
ਔਰ ਜਿਹੜੇ ਮੰਨ ਲਓ ਸਾਈਕਲ ਘੱਟ ਚਲਾਉਂਦੇ ਆ ਉਹ ਵਿਦਆਊਟ ਗੇਅਰ ਲੈ ਲਓ, ਤਾਂ ਇਦਾਂ ਦੇ ਹੁੰਦੇ ਆ। ਜਿੱਦਾਂ ਕਿਡ 'ਚ ਦੇਖੋ ਤੁਸੀਂ, ਸਾਡੇ ਕੋਲ ਕਾਫੀ ਜ਼ਿਆਦਾ ਰੇਂਜ ਹੈ। ਆ ਛੋਟੇ ਬੱਚਿਆਂ ਦਾ ਹੈਗਾ ਜੀ, 2 ਸਾਲ ਤੋਂ ਸਟਾਰਟ ਹੋ ਕੇ ਮੰਨ ਲਓ 7-8 ਸਾਲ ਤੱਕ ਦੇ ਬੱਚਿਆਂ ਲਈ ਕਿਡ ਰੇਂਜ ਆ ਜਾਂਦੀ ਆ, ਫਿਰ ਟੀਨ ਏਜ ਦੇ ਆ ਜਾਂਦੇ ਆ ਜੀ, ਫਿਰ ਸੀਨੀਅਰ ਰੇਂਜ ਆ ਜਾਂਦੀ ਹੈ ਜੀ। ਇਦਾਂ ਕੀ ਲੱਗਦਾ ਤੁਹਾਨੂੰ, ਜਿੱਦਾਂ ਪਹਿਲਾਂ ਸਾਈਕਲ ਹੁੰਦੇ ਸੀ ਕਿ ਬਕਾਇਦਾ ਉਹਨਾਂ ਦੇ ਉੱਤੇ ਇੰਨੇ ਫੀਚਰ ਨਹੀਂ ਸੀ ਹੁੰਦੇ ਤੇ ਜ਼ੋਰ ਲੱਗਦਾ ਸੀ ਬੰਦੇ ਦਾ ਤੇ ਕਸਰਤ ਜਿਹੜੀ ਹੁੰਦੀ ਸੀ, ਇਹ ਤੁਹਾਨੂੰ ਲੱਗਦਾ ਵੀ ਜਿਹੜੇ ਆ ਗੇਅਰ ਆ ਗਏ ਮਤਲਬ ਉਹ ਲੈਵਲ ਦੀ ਕਸਰਤ ਹੁੰਦੀ? ਦੇਖੋ ਜੀ ਹੁਣ ਬੜੀ ਵਧੀਆ ਕੁਆਲਿਟੀ ਆ ਗਈ। ਤੁਸੀਂ ਜਦੋਂ ਸਾਈਕਲ ਚਲਾ ਕੇ ਵੀ ਦੇਖੋਗੇ, ਜਿੱਦਾਂ 5 ਜਾਂ 4 ਕਿਲੋਮੀਟਰ ਚਲਾਉਣ ਤੋਂ ਬਾਅਦ ਥਕਾਵਟ ਮਹਿਸੂਸ ਹੁੰਦੀ ਸੀ, ਪਰ ਅੱਜ ਕੱਲ੍ਹ ਇਦਾਂ ਨਹੀਂ ਹੁੰਦਾ। ਤੁਸੀਂ 30-35 ਕਿਲੋਮੀਟਰ ਈਜ਼ੀ ਸਾਈਕਲ ਚਲਾ ਸਕਦੇ, ਪਰ ਫਿਰ ਵੀ ਉਹਦੇ 'ਚ ਵੀ ਕੰਪਨੀ ਦਾ ਬਹੁਤ ਵਧੀਆ ਆਪਸ਼ਨ ਆਇਆ ਸਾਡੇ ਕੋਲ ਵੀ ਜਿਹਨੂੰ ਬਿਲਕੁਲ ਹੀ ਸਾਈਕਲ ਨਹੀਂ ਜੀ। ਦੇਖੋ ਜੀ ਚਲਾ, ਕਈ ਵਾਰ ਬੰਦਾ ਇਹ ਹੁੰਦਾ ਵੀ ਜ਼ੋਰ ਦਸਤੀ 10 ਕਿਲੋਮੀਟਰ ਕੱਢ ਜਾਂਦਾ, ਉਹਦੇ ਬਾਅਦ ਉਹਨੂੰ ਲੱਗਦਾ ਵੀ ਮੈਂ ਸਾਈਕਲ ਨਹੀਂ ਚਲਾ ਸਕਦਾ, ਪਰ ਸਾਡੇ ਕੋਲ ਇਦਾਂ ਦੇ ਬੈਟਰ ਆ, ਬਟਨ ਦੱਬੋ ਸਾਈਕਲ ਆਪਣੇ ਆਪ ਚੱਲਦਾ, ਬੈਟਰੀਕਲ ਸਾਈਕਲ ਚੱਲਦਾ ਜੀ। ਬੜੇ ਸੋਹਣੇ ਮਾਡਲ ਤੁਸੀਂ ਸਾਈਕਲ ਦੇ ਤੁਸੀਂ ਉਹਦੇ ਨੂੰ ਰੇਸ ਗੱਲ ਵੀ ਚਲਾ ਸਕਦੇ, ਪੈਡਲਿੰਗ ਕਰਨਾ ਚਾਹੁੰਦੇ ਤਾਂ ਪੈਡਲਿੰਗ ਗੱਲ ਵੀ ਚਲਾ ਸਕਦੇ ਆ। ਮਤਲਬ ਦੋਹੇ ਉਹ ਡਬਲ ਆਪਸ਼ਨ ਆ। ਹੀਰੋ ਸਾਈਕਲ ਦਾ ਬਹੁਤ ਵਧੀਆ ਇੱਕ ਮਾਡਲ ਆਇਆ ਹੈ, ਉਹ ਸਭ ਤੋਂ ਜ਼ਿਆਦਾ ਹਾਈ ਰੇਂਜ, ਸੇਲ ਵੀ ਬਹੁਤ ਜ਼ਿਆਦਾ ਹੋ ਰਿਹਾ ਜੀ, ਇਹਦੀ ਵੈਸੇ ਡਿਮਾਂਡ ਕਾਫੀ ਜ਼ਿਆਦਾ ਹੈ। ਨਵਾਂ ਸਾਈਕਲ ਆ, ਉਹ ਇਦਾਂ ਦੇ ਸਾਈਕਲ ਆ ਕੇ ਦੇਖੋ। ਹੁਣ ਤੁਸੀਂ ਜਿਹੜਾ ਬੰਦਾ ਕਹਿੰਦਾ ਵੀ ਮੈਂ 10 ਕਿਲੋਮੀਟਰ ਬਾਅਦ ਥੱਕ ਗਿਆ, ਮੈਂ ਘਰ ਨਹੀਂ ਜਾ ਸਕਦਾ, ਉੱਥੇ ਬੈਠਣਾ, ਉਹਨੂੰ ਬੈਠਣ ਦੀ ਜ਼ਰੂਰਤ ਨਹੀਂ। ਸੁਚ ਔਨ ਕਰੋ ਔਰ ਸਿੱਧਾ ਘਰ ਆ ਜਾਓ, ਔਰ ਬੜਾ ਵਧੀਆ ਸਾਈਕਲ ਆ ਜੀ। ਜਿੱਥੇ ਸਰੀਰਕ ਕਸਰਤ ਲਈ ਲਾਹੇਵੰਦ ਆ, ਉੱਥੇ ਸਹੂਲਤ ਵੀ ਹੈ। ਬਿਲਕੁਲ ਜੀ। ਸੋ ਜਿਹੜੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਜ਼ੋਨ ਦੇ ਵਿੱਚੋਂ ਜਿਹੜਾ ਹੈਗਾ ਬਹੁਤ ਵਧੀਆ ਨਾਂ ਕਮਾਇਆ, ਤੁਹਾਡਾ ਜਿਹੜਾ ਪਹਿਲੇ ਨੰਬਰ ਤੇ ਤੁਸੀਂ ਆਏ ਹੋ, ਇਹ ਜਿਹੜਾ ਜ਼ੋਨ ਸੀਗਾ ਕਿੰਨਾ ਕੁ ਵੱਡਾ ਜ਼ੋਨ ਸੀ ਇਹ? ਇਹਦੇ ਜ਼ੋਨ 'ਚ ਸਾਡੇ 'ਚ ਆ ਜਾਂਦਾ ਜੀ ਹਿਮਾਚਲ ਹੈ, JNK ਆ, ਤੁਸੀਂ ਪੰਜਾਬ ਸੀਗਾ ਔਰ ਹਰਿਆਣਾ। ਇਹਦੇ 'ਚ ਮੈਨੂੰ ਜਿਹੜਾ ਟੌਪ ਕਰਿਆ ਸੀ, ਮੈਂ ਹੀਰੋ ਤੋਂ ਮੈਨੂੰ ਅਚੀਵਮੈਂਟ ਅਵਾਰਡ ਮਿਲਿਆ ਸੀ, ਮੇਰੇ ਕੋਲ ਪਿਆ, ਤਾਂ ਮੈਨੂੰ ਬੜੀ ਖੁਸ਼ੀ ਹੋਈ ਸੀਗੀ। ਮਤਲਬ ਮੈਂ ਹਰ ਇੱਕ ਨੂੰ ਕਹਿੰਦਾ ਵੀ ਦੇਖੋ ਮਿਹਨਤ ਕਰੋ, ਔਰ ਇਦਾਂ ਦੇ ਅਵਾਰਡ ਤਾਂ ਬਹੁਤ, ਇਹ ਤਾਂ ਛੋਟਾ ਅਵਾਰਡ ਨਾ, ਮੈਨੂੰ ਲੱਗਦਾ ਇਸ ਤੋਂ ਬਹੁਤ ਜ਼ਿਆਦਾ ਖੁਸ਼ੀਆਂ ਦਾ ਅਵਾਰਡ ਤੁਹਾਡੇ ਲਈ ਬਣੇ ਪਏ ਆ, ਮੇਰੇ ਲਈ ਨਹੀਂ, ਸਾਰੇ ਸਾਥੀਆਂ ਲਈ ਇਹ ਬਣੇ ਪਏ ਆ ਜੇ ਤੁਸੀਂ ਕਰੋ। ਅਜੇ ਵੀ ਲੱਗਦਾ ਕਿ ਮੰਜ਼ਿਲ, ਅਜੇ ਜਦੋਂ ਅਸੀਂ ਸੋਚਦੇ ਹਾਂ ਨਾ ਕਿ ਇੱਕ ਟਾਰਗੇਟ ਮਿੱਥ ਕੇ ਚੱਲਦੇ ਹਾਂ, ਫਿਰ ਅਸੀਂ ਉਹਨੂੰ ਅਚੀਵ ਕਰ ਲੈਂਦੇ ਹਾਂ, ਫਿਰ ਅੱਗੇ ਸੋਚਦੇ ਹਾਂ ਕਿ ਹੁਣ ਹੋਰ ਵੱਡਾ ਇੱਕ ਟਾਰਗੇਟ ਲਿਆ ਜਾਵੇ। ਉਹ ਦਿਮਾਗ ਦੇ ਵਿੱਚ ਕੋਈ ਹੋਰ ਤੁਸੀਂ ਮਿੱਥਿਆ ਹੋਇਆ ਟਾਰਗੇਟ ਹੋ? ਬਿਲਕੁਲ ਬਿਲਕੁਲ ਸਰ, ਅਸੀਂ ਬਹੁਤ ਜ਼ਿਆਦਾ ਅਸੀਂ ਸੋਚ ਰਹੇ ਵੀ ਮੇਰਾ ਬੇਟਾ ਹੈ, ਮੇਰਾ ਭਤੀਜਾ ਹੈ, ਮਤਲਬ ਪੜ੍ਹਨ ਤੋਂ ਬਾਅਦ ਹੁਣ ਫ੍ਰੀ ਹੈ, ਉਹਨਾਂ ਨੂੰ ਮੈਂ ਆਪਣੇ ਨਾਲ ਥੋੜ੍ਹਾ ਰੱਖਣਾ ਸ਼ੁਰੂ ਕਰ ਦਿੱਤਾ। ਅਸੀਂ ਸੋਚ ਰਹੇ ਵੀ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਥੋੜ੍ਹੇ ਜਿਹੇ ਸਟੋਰ ਖੋਲੀਏ ਔਰ ਇਦਾਂ ਦੇ ਹੀ ਕੰਮ ਕਰੀਏ। ਕੰਪਨੀ ਜਿੱਦਾਂ ਤੁਹਾਨੂੰ ਪ੍ਰਾਈਜ਼ ਦਿੰਦੀ ਆ ਪਹਿਲੇ ਨੰਬਰ ਦਾ, ਤੇ ਕੁਝ ਫਿਰ ਕੰਪਨੀ ਵੱਲੋਂ ਸਹੂਲਤਾਂ ਵੀ ਤੁਹਾਨੂੰ ਮਿਲਦੀਆਂ, ਕੋਈ ਘੁੰਮਣ ਫਿਰਨ ਦੇ ਟੂਰ ਜਾਂ ਕੁਝ ਇੱਦਾਂ? ਬਿਲਕੁਲ ਸਰ, ਸਾਨੂੰ ਮੰਨ ਲਓ ਟੂਰ ਹੈ ਜਿਹੜੇ ਉਹ ਬੜੇ ਵਧੀਆ ਕੰਪਨੀ ਪ੍ਰੋਵਾਈਡ ਕਰਾਉਂਦੀ ਆ। ਮੰਨ ਲਓ ਜਦੋਂ ਟੂਰ 'ਚ ਹੀ ਜਾਂਦਾ ਬੰਦਾ, ਮੰਨ ਲਓ ਬਾਹਰ ਤੁਸੀਂ ਦਾਇਰੇ ਤੋਂ ਬਾਹਰ ਨਿਕਲਦੇ, ਉੱਥੇ ਸਾਨੂੰ ਬਹੁਤ ਸਾਰੀ ਚੀਜ਼ਾਂ ਦੇਖਣ ਨੂੰ ਮਿਲਦੀਆਂ। ਕੰਪਨੀ ਸਾਨੂੰ ਟੂਰ 'ਤੇ ਲਿਜਾ ਕੇ ਉੱਥੇ ਬਕਾਇਦਾ ਸਾਨੂੰ ਸੈਮੀਨਾਰ ਹੁੰਦੇ ਆ ਔਰ ਘੁਮਾਇਆ ਫਿਰਾਇਆ ਜਾਂਦਾ। ਉੱਥੇ ਜਿਹੜੀ ਮਨ 'ਚ ਜਦੋਂ ਤੁਸੀਂ ਘਰ 'ਚ ਬੈਠੇ ਰਹੋ ਤਾਂ ਤੁਹਾਡਾ ਵਧਣ ਨੂੰ ਜੀ ਨਹੀਂ ਕਰਦਾ। ਵੱਧਦਾ ਉਦੋਂ ਹੀ ਆ ਬੰਦਾ ਜਦੋਂ ਬਾਹਰ ਦੇਖਦਾ, ਤਾਂ ਉਹ ਟੂਰ ਕੰਪਨੀ ਤੋਂ ਸਾਨੂੰ ਮਿਲੇ ਆ, ਅਸੀਂ ਗਏ ਆ, ਘੁੰਮੇ ਫਿਰੇ ਆ। ਕਿਹੜੀਆਂ ਥਾਵਾਂ ਤੱਕ ਜਾਣ ਦਾ ਮੌਕਾ ਮਿਲਿਆ? ਅਸੀਂ ਮਤਲਬ ਆਲ ਇੰਡੀਆ ਦਾ ਤਕਰੀਬਨ ਸਾਰਾ ਸਾਨੂੰ ਕੰਪਨੀ ਨੇ ਕਰਵਾਤਾ ਹੈ। ਹੁਣ ਮੈਨੂੰ ਇਹਨਾਂ ਨਾਲ ਸੀਗਾ ਥਾਈਲੈਂਡ ਦਾ ਸੀਗਾ, ਸਿੰਗਾਪੁਰ ਦਾ ਸੀਗਾ, ਪਰ ਇਹ ਉਹਦੇ ਕਰਕੇ ਲੋਕਡਾਊਨ ਕਰਕੇ ਸਾਡਾ ਪਿੱਛੇ ਰਹਿ ਗਿਆ ਸੀ। ਆਲ ਇੰਡੀਆ ਉਹਨਾਂ ਨੇ ਵੈਸੇ ਸਾਨੂੰ ਸਾਰਾ ਘੁਮਾ ਦਿੱਤਾ ਹੈਗਾ, ਬੜਾ ਵਧੀਆ ਲੱਗਦਾ ਉਹਨਾਂ ਨਾਲ। ਨਾਲੇ ਪੁੰਨ ਨਾਲੇ ਫਲੀਆਂ। ਹਾਂਜੀ, ਹਾਂਜੀ, ਸੋ ਬਿਲਕੁਲ, ਦੇਖੋ ਕਿੰਨੀ ਖਾਸ ਗੱਲ ਆ ਕਿ ਜੇ ਕੰਮ ਕਰੀਏ ਤਾਂ ਫਿਰ ਲੋੜ ਨਹੀਂ ਪੈਂਦੀ ਕਿ ਆਪਣੇ ਜਿਹੜੇ ਸ਼ੌਂਕ ਪੂਰੇ ਕਰਨ ਲਈ ਵੀ ਆਪਣੇ ਸਪੈਸ਼ਲ ਮਿਹਨਤ ਕੁਝ ਕਰਨੀ ਪਵੇ, ਫਿਰ ਕੰਪਨੀਆਂ ਵੱਲੋਂ ਹੀ ਸਾਰਾ ਕੁਦਰਤੀ ਹੁੰਦਾ ਰਹਿੰਦਾ। ਕੋਈ ਖਾਸ ਇਦਾਂ ਦੀ ਆਪਣੇ ਜੀਵਨ ਦੇ ਵਿੱਚ ਕੋਈ ਕਹਾਣੀ ਵੀ ਹੈਗੀ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਹੈ, ਕਿ ਤੁਸੀਂ ਕਿੱਦਾਂ ਕੰਮ ਕਰਦੇ ਸੀ? ਕੋਈ ਮੋਟੀਵੇਸ਼ਨਲ ਇਦਾਂ ਵੀ ਤੁਸੀਂ ਕਿੱਦਾਂ ਕੰਮ ਕਰਦੇ ਸੀ, ਲੋਕਾਂ ਨੂੰ ਕਿੱਦਾਂ ਮਤਲਬ ਸੇਲ ਕਰਦੇ ਸੀਗੇ ਚੀਜ਼ਾਂ, ਕੋਈ ਢੰਗ ਥੋੜੇ ਤਰੀਕੇ, ਕੋਈ ਜਾਂ ਕੋਈ ਕਹਾਣੀ ਇਦਾਂ ਦੀ ਰਹੀ ਹੋਵੇ? ਨਹੀਂ ਦੇਖੋ, ਲੋਕ ਕੀ ਮਤਲਬ ਕਈ ਵਾਰ ਸਾਨੂੰ ਲੱਗਦਾ, ਜਿੱਦਾਂ ਮੈਂ ਤੁਹਾਨੂੰ ਦੱਸਦਾ, ਕਈ ਵਾਰ ਕਸਟਮਰ ਸਾਨੂੰ ਫੋਨ ਕਾਲ ਕਰਦੇ ਆ ਵੀ ਸਰ ਅਸੀਂ ਸਾਈਕਲ ਲੈਣਾ ਹੈ, ਤਾਂ ਅਸੀਂ ਉਹਨਾਂ ਨੂੰ, ਇੱਕ ਤਾਂ ਸਭ ਤੋਂ ਵੱਡੀ ਸਾਡੀ ਗੱਲ ਇਹ ਹੈ, ਅਸੀਂ ਉਹਨੂੰ ਅੱਛੀ ਤਰ੍ਹਾਂ ਗੱਲਬਾਤ ਕਰਦੇ ਆ ਔਰ ਫੋਟੋ ਵਗੈਰਾ ਭੇਜ ਦਿੰਦੇ ਆ। ਤਾਂ ਉਹਨਾਂ ਦੀ ਰਿਕੁਆਇਰਮੈਂਟ ਪਹਿਲਾਂ ਦੇਖੀ ਦੀ ਵੀ ਬੰਦੇ ਦੀ ਕਿੰਨੀ ਰਿਕੁਆਇਰਮੈਂਟ ਹੈ, ਕਿੱਦਾਂ ਦਾ ਸਾਈਕਲ ਲੈਣਾ ਚਾਹੁੰਦਾ, ਉਹਨੂੰ ਸਾਰੀ ਅਸੀਂ ਜਿਹੜੀ ਗਾਈਡਲਾਈਨ ਉਹ ਸਾਡਾ ਮੇਰਾ ਪੂਰਾ ਮੈਨੇਜਰ ਰੱਖਿਆ ਹੋਇਆ, ਉਹ ਪੂਰਾ ਉਹਨੂੰ ਪ੍ਰੋਪਰਲੀ ਉਹ ਦੱਸਦਾ। ਜੇ ਨਹੀਂ ਉਹਦੇ 'ਤੇ ਹੁੰਦਾ ਤਾਂ ਕੁਝ ਮੈਂ ਵੀ ਮਦਦ ਕਰਦਾ। ਤਾਂ ਕਸਟਮਰ ਨੂੰ ਅਸੀਂ ਪਹਿਲਾਂ ਸਭ ਤੋਂ ਵੱਧ ਜ਼ੋਰ ਲਗਾਈਦਾ ਵੀ ਸਾਡੇ ਕਸਟਮਰ ਸਾਡੀ ਸ਼ੌਪ 'ਤੇ ਆਵੇ। ਜਦੋਂ ਸ਼ੌਪ 'ਤੇ ਆਏਗਾ ਤਾਂ ਸਾਡੀ ਜਿਹੜੀ ਸਰਵਿਸ ਆ ਦੇਖ ਕੇ ਉਹ ਲਏਗਾ ਜੀ। ਤੁਸੀਂ ਕਹਿ ਰਹੇ ਹੋ ਕਿ 10 ਸਾਲ ਤੋਂ ਮੈਨੇਜਰ ਰੱਖਿਆ ਹੋਇਆ ਹੈ, ਇੰਨਾ ਪੁਰਾਣੇ ਬੰਦੇ ਤੁਹਾਡੇ ਕੋਲ ਕੰਮ ਕਰਦੇ? ਕਿੰਨੇ ਸਟਾਫ ਹੈ ਤੇ ਕਿੰਨੇ ਬੰਦੇ? ਦੇਖੋ ਜੀ, ਸਾਡੇ ਕੋਲ 6 ਬੰਦੇ ਸਟਾਫ ਹੈਗੇ ਆ। ਮੇਰੇ ਕੋਲ ਇੱਕ ਬੰਦਾ ਮੇਰੇ ਕੋਲ ਬਿਲਕੁਲ ਬੋਲ ਨਹੀਂ ਸਕਦਾ। ਮੇਰੇ ਕੋਲ ਉਹ ਤਕਰੀਬਨ ਉਹ 14 ਸਾਲ ਦਾ ਸੀ। ਮੈਂ ਉਹਨੂੰ ਥੋੜਾ ਪੜ੍ਹਨਾ ਲਿਖਣਾ ਵੀ ਸਿਖਾਇਆ ਨਾਲ ਫਿਰ ਉਹ ਮੇਰੇ ਨਾਲ ਕੰਮ ਵੀ ਕਰ ਰਿਹਾ। ਉਹ 14 ਸਾਲ ਤੋਂ ਬਿਲਕੁਲ, ਮੈਂ ਉਹਨੂੰ ਤੁਸੀਂ ਕੋਈ ਵੀ ਗੱਲ ਕਹੋ, ਉਹ ਟੋਟਲੀ ਜਿੰਨੇ ਵੀ ਸਾਈਕਲ ਆ ਜੀ ਸਾਰੇ ਫਿਟਿੰਗ ਆ ਜੀ, ਜਿਹੜੀ ਉਹਦੀ ਟੋਟਲੀ ਸਾਈਕਲਾਂ ਦੀ ਦੇਖੋ ਤੁਸੀਂ ਜਿੰਨੇ ਵੀ, ਉਹ ਸਾਰੇ ਉਸ ਮੁੰਡੇ ਦੇ ਫਿਟਿੰਗ ਕੀਤੇ ਹੋਏ ਆ। 14 ਸਾਲ ਤੋਂ ਸਿਰਫ ਸਾਈਕਲ ਫਿਟਿੰਗ ਹੀ ਕਰਦਾ ਹੈ। ਇਸ ਟਾਈਮ ਹੈਗੇ ਨੇ ਇੱਥੇ? ਬਿਲਕੁਲ ਬਿਲਕੁਲ। ਸੋ ਦੇਖਦੇ ਹਾਂ, ਤੁਹਾਨੂੰ ਮਿਲਾਉਣਾ ਚਾਹਾਂਗੇ ਕਿ ਜਿਹੜੇ
ਇਹਨਾਂ ਦੇ ਮੈਨੇਜਰ ਨੇ, ਮੈਨੇਜਰ ਹੈ ਜੀ, ਇਹ ਮੁੰਡਾ ਕਾਰੀਗਰ ਜੀ, ਕਾਰੀਗਰ ਹੈ ਜੀ। ਇਹ ਬੋਲ ਨਹੀਂ ਸਕਦੇ? ਇਹ ਬੋਲ ਨਹੀਂ ਸਕਦੇ ਬਿਲਕੁਲ, ਪਰ ਸਾਈਕਲ ਫਿਟਿੰਗ ਪੂਰੀ ਇਹੀ ਕਰਦੇ ਆ ਜੀ। ਅੱਛਾ, ਕਿੰਨੇ ਸਾਲ ਤੋਂ ਤੁਹਾਡੇ ਨਾਲ ਹੈ ਇਹ ਜੀ? 14 ਸਾਲ ਤੋਂ ਸਾਡੇ ਨਾਲ ਹੀ ਹੈ ਜੀ, 14 ਸਾਲ ਤੋਂ ਸਾਡੇ ਨਾਲ ਹੀ ਹੈ ਜੀ। 14 ਸਾਲ ਦੇ ਸੀ ਜਦੋਂ ਆਏ ਤਾਂ ਇਹਨੂੰ ਮੈਂ ਪੜ੍ਹਨਾ ਲਿਖਣਾ ਸਿਖਾਤਾ, ਆਪਣੇ ਕੋਲ ਹੀ ਲਿਆ ਕੇ ਪੜ੍ਹ ਲਿਖ ਲੈਂਦਾ, ਆਪਣੇ ਸਾਈਨ ਕਰ ਲੈਂਦਾ ਔਰ ਗਿਣਤੀ ਗਿਣ ਲੈਂਦਾ, ਬਾਕੀ ਸਾਈਕਲ ਫਿੱਟ ਕਰਦਾ ਜੀ ਸਾਰੇ ਇਹ ਵੀ ਆਪਣੇ ਆਪ 'ਚ ਇੱਕ ਬੜੀ ਅਨੋਖੀ ਗੱਲ ਹੈ ਕਿ ਇੰਨਾ ਪੁਰਾਣਾ ਹੋਣਾ ਤੇ ਆਪਣੇ ਕੰਮ ਦੇ ਵਿੱਚ ਮੁਹਾਰਤ ਹੋਣਾ, ਫਿਰ ਤੁਹਾਡਾ ਵੀ ਉਹਨਾਂ ਦੇ ਨਾਲ ਇੱਕ ਰਿਸ਼ਤਾ ਹੋਣਾ ਇਹੋ ਜਿਹਾ ਬਣ ਜਾਣਾ ਕਿ ਤੁਸੀਂ ਉਹਨਾਂ ਨੂੰ ਛੱਡਣਾ ਨਹੀਂ। ਤੁਸੀਂ ਕਹਿ ਰਹੇ ਹੋ ਕਿ ਇਹ ਵੀਰ ਸੁਣ ਵੀ ਨਹੀਂ ਸਕਦਾ ਤੇ ਬੋਲ ਵੀ ਨਹੀਂ ਸਕਦਾ, ਫਿਰ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰਵਾ ਰਹੇ ਹੋ, ਤੁਹਾਨੂੰ ਮਤਲਬ ਇਰੀਟੇਸ਼ਨ ਨਹੀਂ ਹੁੰਦੀ? ਤੁਸੀਂ ਕਹਿੰਦੇ ਹੋਵੋਗੇ ਕੁਝ ਉਹ ਲੈ ਕੇ ਆ ਜਾਂ ਲੈ ਕੇ ਆ, ਕੁਝ ਹੋਰ ਲੈ ਕੇ ਆ ਜਾਂਦਾ ਹੋਵੇ। ਮੇਰੇ ਲਈ ਤਾਂ ਸੁਣਦਾ ਵੀ ਯਾਰ, ਬੋਲਦਾ ਵੀ। ਤੁਸੀਂ ਕੋਈ ਵੀ ਚੀਜ਼ ਹੈ, ਕੋਈ ਆਈਟਮ ਆ, ਮੰਗਾ ਲਓ, ਤੁਸੀਂ ਦੇਖ ਸਕਦੇ ਹੋ ਹਰ ਇੱਕ ਆਈਟਮ ਨੂੰ, ਹਰ ਇੱਕ ਸਾਈਕਲ ਨੂੰ ਇੰਨਾ ਪ੍ਰੋਪਰਲੀ ਫਿੱਟ ਕਰਦਾ। ਮਤਲਬ ਕਈ ਕਸਟਮਰ ਤਾਂ ਕਹਿੰਦੇ ਆ ਕਿ ਯਾਰ ਉਸ ਤੋਂ ਕੰਮ ਕਰਵਾਉਣਾ। ਅਸੀਂ ਬਹੁਤ ਸਾਰੇ ਕਸਟਮਰ ਦੀ ਜਿਹੜੀ ਡਿਮਾਂਡ ਹੈ ਵੀ ਅਸੀਂ ਲਾਡੀ ਤੋਂ ਹੀ ਕੰਮ ਕਰਾਉਣਾ, ਇਹਦਾ ਮੁੰਡੇ ਦਾ ਨਾਮ ਲਾਡੀ, ਵੀ ਲਾਡੀ ਤੋਂ ਕੰਮ ਕਰਾਉਣਾ। ਮੈਨੂੰ ਤਾਂ ਕੋਈ ਐਜੀਟੇਸ਼ਨ, ਤੁਸੀਂ ਕੁਝ ਮੰਗਵਾ ਕੇ ਦੇਖੋ, ਸਾਰਾ ਇੱਕਦਮ ਲੈ ਕੇ ਆਏਗਾ ਇਹ। ਨਮੂਨਾ ਦੇਖ ਲੈਂਦੇ ਆ ਕਿ ਤੁਸੀਂ ਮੰਗਵਾਓ, ਫਿਰ ਕੁਝ ਮੈਂ ਇੱਧਰ ਨਹੀਂ ਇਹਨਾਂ ਨੂੰ ਦਿਖਾਉਂਦਾ। ਤੁਸੀਂ ਇਹ ਕੁਝ ਮੰਗਾ ਲਓ, ਕੁਝ ਕੋਈ ਲੌਕ ਮੰਗਾ ਲਓ। ਲੌਕ ਹੈਗਾ? ਲੌਕ ਦੇਖੋ ਸਰ, ਸਾਡੇ ਕੋਲ ਨੰਬਰ ਲੌਕ ਹੁੰਦੇ, ਚਾਬੀ ਵਾਲਾ। ਮੈਂ ਇਹਨੂੰ ਜੇ ਦਾ ਮੈਂ ਕਹਿੰਦਾ ਦੇਖੋ ਲੌਕ, ਨੰਬਰ ਲੌਕ ਮੰਗਾਓ, ਨੰਬਰ ਲੌਕ ਮੰਗਾਓ। ਕਮਾਲ ਦੀ ਗੱਲ ਹੈ, ਮਤਲਬ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਇਸ਼ਾਰਾ ਕੀਤਾ ਤੇ ਨੰਬਰ ਲੌਕ ਆ ਜਾਂਦਾ ਹੈ। ਦਰਸ਼ਕ ਅਗਰ ਦੇਖੋ ਸਰ, ਇਹ ਨੰਬਰ ਲੌਕ ਆ, ਇਹਦੀ ਸਿੰਪਲ ਜੀ ਗੱਲ, ਇਹਨਾਂ ਨੇ ਮੈਨੂੰ ਨੰਬਰ ਲੌਕ ਲਿਆ ਕੇ ਦਿੱਤਾ। ਅਗਰ ਮੈਂ ਬੈਲ ਕਹੂੰਗਾ ਤਾਂ ਮੈਨੂੰ ਇਦਾਂ ਕਹੂੰਗਾ, ਜੇ ਮੈਂ ਇਦਾਂ ਕਰਤਾ ਤਾਂ ਬੜੀ, ਜੇ ਮੈਂ ਇਦਾਂ ਕਰਤਾ ਤਾਂ ਛੋਟੀ। ਮਤਲਬ ਸਿੰਪਲ ਜੀ ਗੱਲ ਆ। ਦੇਖੋ ਉਹਨਾਂ ਘੰਟੀ ਲਾ ਕੇ ਦੇ ਦੇਣੀ ਮੈਨੂੰ, ਆ ਲਓ। ਇਹਨੂੰ ਬਿਲਕੁਲ ਵੀ ਨਹੀਂ ਸੁਣਦਾ। ਦੇਖੋ ਡਰਿੰਕ ਦੀਆਂ ਚੀਜ਼ਾਂ ਜੀ 3-4 ਚੀਜ਼ਾਂ ਹੁੰਦੀਆਂ। ਕਈ ਵਾਰ ਬੰਦਾ ਕਹਿੰਦਾ ਯਾਰ ਪਾਣੀ ਪੀਣਾ, ਕਈ ਲੋਕੀ ਆ ਕੇ ਕਹਿ ਦਿੰਦੇ ਇਦਾਂ, ਤਾਂ ਇਹ ਸਮਝਦਾ ਵੀ ਇਹ ਦਾਰੂ ਦਾ ਇਸ਼ਾਰਾ। ਪਰ ਮੈਂ ਇਹਨੂੰ ਇਸ਼ਾਰੇ ਜਿਹੜੇ ਆਪਣੇ ਦਿੱਤੇ, ਜਿੱਦਾਂ ਦੇਖੋ ਤੁਸੀਂ ਸਿੰਪਲ ਪਾਣੀ ਪੀਣਾ ਤਾਂ ਮੈਂ ਇਹਨੂੰ ਕਹਿਣਾ ਤਾਂ ਇਦਾਂ ਪਾਣੀ ਦਾ ਗਲਾਸ ਇੱਥੇ ਆ ਜਾਏਗਾ। ਜਦੋਂ ਇਹ ਕੋਈ ਦਾਰੂ ਦੀ ਗੱਲ ਕਰਦਾ ਤਾਂ ਆਪਾਂ ਇਦਾਂ ਕਹਿਣਾ। ਜਦੋਂ ਆਪਾਂ ਕਦੇ ਕੋਲਡ ਡਰਿੰਕ ਕਿਸੇ ਤੋਂ ਮੰਗਾਉਣਾ ਤਾਂ ਇਦਾਂ ਕਰ ਦੇਣਾ। ਇਹ ਨਾ ਉਹੀ ਚੀਜ਼ਾਂ ਸਾਡੇ ਕੋਲ ਲਿਆ ਕੇ ਰੱਖਦੇ। ਮੈਨੂੰ ਤਾਂ ਕਈ ਵਾਰ ਲੱਗਦਾ ਵੀ ਇਹ ਬੋਲਦਾ ਹੈ, ਮੈਨੂੰ ਰੀਅਲ 'ਚ ਨਹੀਂ ਲੱਗਦਾ ਵੀ ਇਹ ਨਹੀਂ ਬੋਲਦਾ, ਕਿਉਂਕਿ ਇੰਨੇ ਟਾਈਮ ਤੋਂ ਅਸੀਂ ਕੰਮ ਕਰਦੇ ਆ। ਆਪਣੇ ਪੇਰੈਂਟਸ ਦੀ ਗੱਲ ਨਹੀਂ ਕਈ ਵਾਰ ਸਮਝਦਾ, ਪਰ ਮੇਰੀ ਗੱਲ ਸਾਰੀ ਸਮਝ ਲੈਂਦਾ। ਸੋ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਆਪਣਾ ਬਿਜ਼ਨਸ ਸੈੱਟ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ, ਇੱਕ ਭਾਸ਼ਾ ਬਣਾਈ ਆ। ਭਾਸ਼ਾ ਦੇ ਉੱਤੇ ਵੀ ਕੰਮ ਕੀਤਾ ਕਿ ਇੱਕ ਨਵੀਂ ਭਾਸ਼ਾ ਜਿਹੜੀ ਆਪਸ ਵਿੱਚ ਗੱਲਬਾਤ ਲਈ ਬਣਾਈ ਆ। ਇਹਨਾਂ ਨੇ ਇਸ ਵਰਕਰ ਨੂੰ ਕੱਢਿਆ ਨਹੀਂ ਇੱਥੋਂ, ਸਗੋਂ ਇੱਕ ਡਿਵੈਲਪ ਕਰ ਦਿੱਤੀ ਇੱਕ ਨਵੀਂ ਲਿਪੀ, ਜਿਹਦੇ ਥਰੂ ਇਹ ਗੱਲਬਾਤ ਕਰਦੇ ਆ ਤੇ ਇਹਨਾਂ ਦਾ ਕੰਮਕਾਰ ਚੱਲਦਾ। ਸੋ ਦੋਸਤੋ, ਮੈਂ ਇਹ ਗੱਲ ਇਸ ਕਰਕੇ ਕਰਨਾ ਚਾਹੁੰਦਾ ਕਿ ਜਦੋਂ ਕਿਸੇ ਬੰਦੇ ਦੇ ਜਿਹੜੇ ਵਰਕਰ ਹੁੰਦੇ ਆ, ਉਹ ਜਿੰਨੇ ਪੁਰਾਣੇ ਹੋਣ, ਇਸ ਤੋਂ ਪਤਾ ਲੱਗਦਾ ਕਿ ਉਹ ਜਿਹੜਾ ਇਨਸਾਨ ਦਾ ਬਿਹੇਵੀਅਰ ਕਿੱਦਾਂ ਦਾ ਤੇ ਮਾਲਕ ਕਿੰਨਾ ਚੰਗਾ। ਸੋ ਇਹ ਦੇਖਣ ਦੇ ਵਿੱਚ ਜਿਹੜੀ ਹੈਗੀ ਆ, ਕਿਉਂਕਿ ਇਹਨਾਂ ਦੇ ਜਿਹੜੇ ਵਰਕਰ ਇੰਨੇ ਪੁਰਾਣੇ ਆ, ਸੋ ਵਾਕਿਆ ਹੀ ਇਹ ਕਹਿਣਾ ਪਊਗਾ ਕਿ ਇੱਕ ਮਾਲਕ ਦੇ ਰੂਪ ਦੇ ਵਿੱਚ ਜਿਹੜੇ ਮਹਿੰਦਰ ਸਿੰਘ ਜੀ ਦਾ ਜੱਗੀ ਸਾਈਕਲ ਸਟੋਰ ਹੈਗੇ, ਇੱਕ ਚੰਗੇ ਇਨਸਾਨ ਨੇ। ਸੋ ਇਹਨਾਂ ਦੇ ਇੱਥੇ ਬਜ਼ੁਰਗ ਵੀ ਬੈਠੇ ਨੇ, ਮੈਂ ਗੱਲਬਾਤ ਕਰਨੀ ਚਾਹਾਂਗਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਇਹ ਜਦੋਂ ਕੰਮ ਸ਼ੁਰੂ ਹੁੰਦਾ ਹੈ, ਇਹ ਮਹਿੰਦਰ ਸਿੰਘ ਜੀ ਆਪ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਕੁਛ ਇਹਦੇ ਲਈ ਪ੍ਰੇਰਨਾ ਕਰਦੇ ਹੋ, ਜਾਂ ਕਿੱਦਾਂ ਸ਼ੁਰੂ ਹੁੰਦਾ? ਪਹਿਲਾਂ ਪ੍ਰੇਰਨਾ ਹੋਈ ਆ। ਹਾਂਜੀ। ਪ੍ਰੇਰਨਾ ਹੋਣ ਤੋਂ ਬਾਅਦ ਇਹ ਦੋਨੋਂ ਭਾਈਆਂ ਦਾ ਬਣਾਇਆ था मैं। ਅੱਛਾ ਜੀ। ਪਹਿਲਾਂ बड़ा भी था, छोटा भी था। ਅੱਛਾ ਜੀ। ਬਾਕੀ ਇੱਕ ਡਾਕਟਰ ਹੈ ਅੱਛਾ ਜੀ। ਆਪਣਾ, ਹਾਂਜੀ, ਲੜਕਾ ਹੀ ਉਹ ਵੀ। ਅੱਛਾ ਜੀ। ਬਾਕੀ ਫਿਰ ਅਸੀਂ ਆਹ ਜਿਹੜੇ ਜਨਰਲ ਮੈਨੇਜਰ था मेरे पास, ਪਹਿਲੇ ਮੈਂ यूको बैंक ਵਿੱਚ था ਅੱਛਾ ਜੀ। ਪਹਿਲਾਂ। ਅੱਛਾ ਜੀ। यूको बैंक ਦੇ ਬਾਅਦ ਉਹ ਇੱਥੇ ਆਪਣਾ ਲੁਧਿਆਣਾ ਅੱਛਾ ਜੀ। ਉਹ ਡਾਇਰੈਕਟਰ ਲੱਗੇ। ਉਹਨਾਂ 'ਤੇ ਫਿਰ ਗੱਲ ਆਸਤੇ ਆਸਤੇ ਚਲਦੀ ਇੱਥੇ ਇੱਕ ਪਹਿਲਾ ਸਾਈਕਲ ਵਾਲਾ ਵੀ ਥਾ। ਅੱਛਾ ਜੀ। ਉਹ ਕਹਿੰਦਾ ਇਹ ਛੋਕਰਾ ਇੰਨਾ ਕੁ ਤਰ੍ਹਾਂ ਇਹ ਤਾਂ ਹਰਕਤਾਂ ਨਾ ਬਹੁਤ। ਹਾਂਜੀ। 95 ਵਿੱਚ ਖੋਲ੍ਹੀ ਤੀ ਅਸੀਂ ਆਹ ਦੁਕਾਨ। ਅੱਛਾ ਜੀ। ਉਹ ਪੜ੍ਹਨ 'ਤੇ 95 ਵਿੱਚ ਖੋਲ੍ਹ ਕੇ ਅਸੀਂ ਤਾਂ ਇਹ ਮੁੰਡਾ ਹੌਲੀ ਉਸ ਵਕਤ ਅਸੀਂ 1 ਲੱਖ ਦਾ ਸਮਾਨ ਪਾਇਆ ਤਾਂ ਬੜਾ ਟਰੱਕ ਆਇਆ ਤਾਂ। ਤੁਹਾਨੂੰ ਲੱਗਦਾ ਸੀ 1 ਲੱਖ ਦੀ ਇਨਵੈਸਟਮੈਂਟ ਉਹਨਾਂ ਸਮਿਆਂ ਦੇ ਵਿੱਚ ਕਰਨੀ, ਕਿੱਦਾਂ ਦੇਖਦੇ ਸੀ ਕਿ ਇਹ ਲਾਹੇਵੰਦ ਧੰਦਾ ਲੱਗਦਾ ਸੀ ਉਸ ਟਾਈਮ? ਇਹ ਮੰਨ ਗਏ ਸੀ ਜਾਂ ਤੁਸੀਂ ਕੰਪੈਲ ਕੀਤਾ? ਪਹਿਲੇ ਹੀ ਮੰਨ ਗਏ ਫਿਰ। ਅੱਛਾ ਜੀ। 2 ਮਹੀਨੇ ਨਾ ਉੱਥੇ ਲਾਏ ਜਾ ਕੇ ਲੁਧਿਆਣਾ। ਅੱਛਾ ਜੀ। ਉੱਥੇ ਕੰਮ ਸਿੱਖਿਆ ਮਲਹੋਤਰਿਆਂ ਪਾਸ। ਅੱਛਾ ਜੀ। ਉਸ ਤੋਂ ਬਾਅਦ ਫਿਰ ਇੱਥੇ ਆਹ ਅਸੀਂ ਪਾਲੀ ਦੁਕਾਨ ਲਈ ਸੀ ਉਸ ਵਕਤ ਦੀ ਬਾਤ ਅੱਛਾ ਹੈ। ਜੀ। ਫਿਰ 95 ਵਿੱਚ। ਅੱਛਾ ਜੀ। ਹਾਂ। ਫਿਰ 95 ਦੇ ਬਾਅਦ ਫਿਰ ਇਹ ਉੱਥੇ ਇੱਕ ਬੈਂਕ ਹੈ ਨਾ ਆਪਣਾ ਖਿਜ਼ਰਾਬਾਦ ਵੀ। ਅੱਛਾ ਜੀ। ਖਿਜ਼ਰਾਬਾਦ ਵਾਲੀ ਬੈਂਕ ਵਾਲੀ ਉਹ ਉਸਨੇ ਸਾਂਭ ਲਈ। ਬਾਕੀ ਇਹਨਾਂ ਨੇ ਉਹ ਇੱਥੇ ਪਿੰਡ ਕਿਹੜਾ ਜੀ ਤੁਹਾਡਾ? ਪਿੰਡ ਖਿਜ਼ਰਾਬਾਦ ਸਾਡਾ। ਤੁਹਾਡਾ ਪਿੰਡ ਖਿਦਰਾਬਾਦ ਹੈ। ਅੱਛਾ ਜੀ। ਸੋ ਮਿਹਨਤੀ ਲਿਕੜੇ ਕੀ ਲੱਗਦਾ, ਹੁਣ ਤੁਸੀਂ 1 ਲੱਖ ਦੀ ਇਨਵੈਸਟਮੈਂਟ ਕੀਤੀ ਸੀ, ਅੱਜ ਲੱਗਦਾ ਵੀ ਉਹ ਜਿਹੜੇ ਤੁਸੀਂ ਬੂਟਾ ਲਾਇਆ ਸੀ ਉਹਨੂੰ ਬੂਰ ਪੈ ਗਿਆ, ਮਿਹਨਤ ਸਫਲ ਹੋਈ ਆ? ਪਰਮਾਤਮਾ ਦੀ ਮਿਹਰ।
बच्चियां पर सारे पर मिले पर जी लड़कियां पर भी हाँ जी और लड़कियां पर भी जी है जी। एक डॉक्टर है, हाँ जी दूसरे का स्कूल भी हैगा, हाँ जी अपनी दुकान भी काफ़ी बड़ी है जी है जी। पंची पूंची जी ਵਿੱਚ ਵੀ ਫਿਰਦਾ ਰਹਿੰਦਾ। जी ਬਾਕੀ ਮੈਂ ਇੱਥੇ ਆਪਣਾ ਕੰਮ ਕਰਦਾ, ਉੱਥੇ ਵੀ ਕਰਿਆ ਕੰਮ, ਇੱਥੇ ਵੀ ਕੰਮ ਕਰੀਦਾ। ਹੁਣ ਵੀ ਆ ਜਿਹੜਾ ਪੈਸਾ ਧੇਲਾ ਨਾਲ ਦੇ ਦਈਦਾ ਹੋ ਰਿਹਾ ਬਸ। ਸੋ ਬਹੁਤ ਜਿਹੜਾ ਵੱਡੀ ਗੱਲ ਹੈ ਕਿ ਬਜ਼ੁਰਗਾਂ ਦਾ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਬਾਰੇ ਵਿੱਚ ਇਸ ਤਰ੍ਹਾਂ ਦਾ ਚੰਗਾ ਵਿਚਾਰ ਹੋਣਾ, ਕਿਉਂਕਿ ਉਹਨਾਂ ਦਾ ਜਿਹੜਾ ਬੂਟਾ ਲਾਇਆ ਸੀਗਾ ਉਹਨੂੰ ਬੂਰ ਪਿਆ ਹੈ ਤੇ ਉਹਨਾਂ ਦੇ ਚਿਹਰੇ ਦੀ ਜਿਹੜੀ ਇਹ ਖੁਸ਼ੀ ਆ ਇਸ ਸਮੇਂ ਜਿਹੜੀ ਝਲਕਦੀ ਆ ਉਹ ਦੱਸਦੀ ਆ ਕਿ ਜੋ ਉਹ ਸੋਚਦੇ ਸੀ, ਜਿੱਦਾਂ ਦੀ ਉਹਨਾਂ ਨੇ ਇਸ ਇਨਵੈਸਟਮੈਂਟ ਕੀਤੀ ਸੀ ਉਹ ਵਧੀ ਫੁੱਲੀ ਹੈ। ਤੇ ਅੱਜ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਸਾਈਕਲ ਜੱਗੀ ਸਾਈਕਲ ਸਟੋਰ ਇੱਕ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਬਣਿਆ ਹੋਇਆ ਤੇ ਮੁੱਲਾਂਪੁਰ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਕੈਮਰਾ ਇੱਕ ਵਾਰੀ ਘੁਮਾਇਆ ਜਾਵੇ। ਜ਼ਿਲ੍ਹਾ ਮੋਹਾਲੀ ਦੇ ਵਿੱਚ ਪੈਂਦਾ ਹੈ ਮੁੱਲਾਂਪੁਰ ਤੇ ਮਿਹਨਤ ਜਿਹੜੀ ਇਹਨਾਂ ਨੇ ਕੀਤੀ ਹੈ ਉਹਦੇ ਸਦਕਾ ਇੰਨਾ ਵੱਡਾ ਸਟੋਰ ਜਿਹੜਾ ਹੈਗਾ ਇਹ ਖੜਾ ਹੋਇਆ। ਸੋ ਮੈਂ ਦਿਖਾਉਣਾ ਚਾਹਾਂਗਾ ਕਿ ਅਵਾਰਡ ਜਿਹੜੇ ਹੈਗੇ ਆ ਸਰਟੀਫਿਕੇਟ ਹੈਗੇ ਜਿਹੜੇ ਅਥੈਂਟੀਕੇਸ਼ਨ ਦੇ ਤੇ ਅਵਾਰਡ ਜਿਹੜੇ ਕੰਪਨੀ ਦੇ ਵੱਲੋਂ ਇਹਨਾਂ ਨੂੰ ਦਿੱਤੇ ਹੋਏ ਆ ਉਹ ਮੂੰਹੋਂ ਬੋਲਦੀ ਸਫਲਤਾ ਦੀ ਇਹ ਕਹਾਣੀ ਹੈ। ਸੋ ਅਸੀਂ ਅਪੀਲ ਕਰਨਾ ਚਾਹਾਂਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਇੱਥੋਂ ਇਹ ਸੋਚਦੇ ਆ ਕਿ ਭਾਰਤ ਦੇ ਵਿੱਚ ਹੁਣ ਜਿਹੜਾ ਕੰਮਕਾਰ ਦਾ ਕੋਈ ਸਕੋਪ ਨਹੀਂ ਰਿਹਾ, ਭਾਰਤ ਦੇ ਵਿੱਚ ਕੋਈ ਕਾਮਯਾਬ ਨਹੀਂ ਹੋ ਸਕਦਾ, ਜਿਹੜੇ ਭੱਜਦੇ ਨੇ ਬਾਹਰ ਨੂੰ, ਇੱਥੇ ਆਪਣੀ ਜਿਹੜੀ ਹੈਗੀ ਆ ਸੈਕੰਡਰੀ ਐਜੂਕੇਸ਼ਨ ਪੂਰੀ ਕਰਕੇ ਹੀ ਹਰ ਕੋਈ ਬਾਹਰ ਜਾਣਾ ਚਾਹੁੰਦਾ ਤੇ ਉਹਨਾਂ ਨੂੰ ਇਸ ਸਫਲਤਾ ਦੀ ਕਹਾਣੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਰਹਿ ਕੇ ਵੀ ਜੇ ਮਨ ਦੇ ਵਿੱਚ ਜਿਹੜੇ ਇਰਾਦੇ ਜਿਹੜੇ ਹੋਣ ਉਹ ਦ੍ਰਿੜ ਹੋਣ ਤਾਂ ਇੱਥੇ ਰਹਿ ਕੇ ਵੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ, ਜਿਹਦੀ ਸਾਕਸ਼ਾਤ ਜਿਹੜੀ ਉਦਾਹਰਣ ਹੈਗੀ ਆ ਮਹਿੰਦਰ ਸਿੰਘ ਜੀ ਨੇ ਜੱਗੀ ਸਾਈਕਲ ਸਟੋਰ ਮੁੱਲਾਂਪੁਰ ਜਿਹੜਾ ਹੈਗਾ ਹੈ ਉਹ ਇਸ ਦੀ ਸਾਕਸ਼ਾਤ ਉਦਾਹਰਣ ਹੈ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਮੁੱਲਾਂਪੁਰ।